ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ 1984 ਦੇ ਵਿੱਚ ਵਿਰੋਧੀ ਦਲਾਂ ਦੀ ਉਲਟਬਾਜ਼ੀ ਬਾਰੇ ਵਿਚਾਰ ਸਾਂਝੇ ਕਰਾਂਗੇ। 1983 ਦੀ ਵਰਖਾ ਰੁੱਤ ਦੇ ਅਖੀਰ ਤੱਕ ਵਿਰੋਧੀ ਦਲ ਆਪਣੀ ਪੁਰਾਣੀ ਸੇਧ ਉੱਤੇ ਚੱਲਦੇ ਰਹੇ। 7 ਅਕਤੂਬਰ ਨੂੰ ਸ਼੍ਰੀਨਗਰ ਵਿਖੇ ਆਪਣੀ 3 ਰੋਜ਼ਾ ਮੀਟਿੰਗ ਦੀ ਸਮਾਪਤੀ ਉੱਤੇ 16 ਵਿਰੋਧੀ ਦਲਾਂ ਦੇ ਗੱਠਜੋੜ ਨੇ ਕਾਂਗਰਸੀ ਪਾਰਟੀ ਉੱਪਰ ਕੌਮੀ ਹਿੱਤਾਂ ਨਾਲੋਂ ਆਪਣੇ ਸੋੜੇ ਪਾਰਟੀ ਹਿੱਤਾਂ ਨੂੰ ਮੂਹਰੇ ਰੱਖਣ ਦਾ ਦੋਸ਼ ਫਿਰ ਪੂਰੇ ਜ਼ੋਰ ਨਾਲ ਦੁਹਰਾਇਆ। ਚਿਰਾਂ ਤੋਂ ਲਟਕਦੀ ਤੁਰੀ ਆ ਰਹੀ ਪੰਜਾਬ ਸਮੱਸਿਆ ਨੂੰ ਹੱਲ ਕਰਨ ਲਈ ਫੌਰੀ ਤੇ ਅਸਰਦਾਰ ਕਦਮ ਉਠਾਉਣ ਦੀ ਆਪਣੀ ਪੁਰਾਣੀ ਮੰਗ ਮੁੜ ਦੁਹਰਾਈ। ਪਰੰਤੂ 6 ਅਕਤੂਬਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਢਿਲਵਾਂ ਦੇ ਨਜ਼ਦੀਕ ਇੱਕ ਬੱਸ ਵਿੱਚੋਂ 6 ਹਿੰਦੂ ਮੁਸਾਫਰਾਂ ਨੂੰ ਚੁਣ ਕੇ ਕਤਲ ਕਰ ਦੇਣ ਦੀ ਘਟਨਾ ਨੇ ਦੇਸ਼ ਅੰਦਰ ਅਜਿਹਾ ਸਿੱਖ ਵਿਰੋਧੀ ਮਾਹੌਲ ਤੇ ਰੋਹ ਪੈਦਾ ਕਰ ਦਿੱਤਾ ਕਿ ਵਿਰੋਧੀ ਦਲਾਂ ਨੂੰ ਆਪਣੇ ਪੈਰਾਂ ਹੇਠੋਂ ਤੇਜ਼ੀ ਨਾਲ ਜ਼ਮੀਨ ਖਿਸਕਦੀ ਪ੍ਰਤੀਤ ਹੋਣ ਲੱਗ ਪਈ। ਇਸ ਬਦਲੀ ਹੋਈ ਰਾਜਨੀਤਿਕ ਸਥਿਤੀ ਦਾ ਵਿਰੋਧੀ ਦਲਾਂ ਦੀ ਸੋਚ ਅਤੇ ਸੁਰਾਂ ਉੱਤੇ ਅਸਰ ਪ੍ਰਤੱਖ ਦਿਖਾਈ ਦੇਣ ਲੱਗਾ। ਜਿਹੜੀਆਂ ਪਾਰਟੀਆਂ ਅਜੇ ਕੱਲ੍ਹ ਤੱਕ ਕੇਂਦਰ ਸਰਕਾਰ ਕੋਲੋਂ ਪੰਜਾਬ ਸਮੱਸਿਆ ਦੇ ਰਾਜਸੀ ਹੱਲ ਲਈ ਫੌਰੀ ਅਸਰਦਾਰ ਰਾਜਨੀਤਿਕ ਕਦਮ ਉਠਾਉਣ ਦੀ ਮੰਗ ਕਰ ਰਹੀਆਂ ਸਨ, ਢਿਲਵਾਂ ਕਤਲਕਾਂਡ ਦੇ ਝੱਟ ਬਾਅਦ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਹਟ ਕੇ ਅਕਾਲੀ ਆਗੂਆਂ ਨੂੰ ਪਹਿਲਾਂ ਰਾਜਸੀ ਮੱਤਾਂ ਤੇ ਫਿਰ ਝਿੜਕਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਇਹ ਪਾਰਟੀਆਂ ਜਿੱਥੇ ਪੰਜਾਬ ਅੰਦਰ ਫਿਰਕੂ ਅਮਨ ਤੇ ਇਕਸੁਰਤਾ ਦੀ ਬਹਾਲੀ ਨੂੰ ਅਕਾਲੀ ਮੰਗਾਂ ਦੀ ਪੂਰਤੀ ਨਾਲ ਜੋੜ ਕੇ ਦੇਖਦੀਆਂ ਸਨ ਅਤੇ ਇਸ ਰੋਸ਼ਨੀ ਵਿੱਚ ਕੇਂਦਰ ਸਰਕਾਰ ਉੱਤੇ ਮੰਗਾਂ ਦੀ ਪੂਰਤੀ ਲਈ ਨਿਰੰਤਰ ਦਬਾਅ ਬਣਾਈ ਰੱਖਣ ਦੀ ਸੇਧ ਅਪਣਾ ਕੇ ਚੱਲ ਰਹੀਆਂ ਸਨ, ਉੱਥੇ ਢਿਲਵਾਂ ਕਾਂਡ ਤੋਂ ਬਾਅਦ ਇਹਨਾਂ ਪਾਰਟੀਆਂ ਨੂੰ ਸੰਸਾਰ ਇੰਨਾ ਬਦਲਿਆ ਹੋਇਆ ਦਿਖਾਈ ਦੇਣ ਲੱਗ ਪਿਆ ਕਿ ਪੰਜਾਬ ਅੰਦਰ ਫਿਰਕੂ ਅਮਨ ਤੇ ਇਕਸੁਰਤਾ ਬਹਾਲ ਕਰਨ ਲਈ ਅਕਾਲੀ ਸੰਘਰਸ਼ ਦੀ ਬਲੀ ਦੇਣੀ ਉਹਨਾਂ ਨੂੰ ਅਤੀ ਜ਼ਰੂਰੀ ਜਾਪਣ ਲੱਗ ਪਈ ਸੀ। ਇਸ ਤਰ੍ਹਾਂ ਉਹਨਾਂ ਕੇਂਦਰ ਸਰਕਾਰ ਕੋਲੋਂ ਅਕਾਲੀ ਮੰਗਾਂ ਪ੍ਰਵਾਨ ਕਰ ਲੈਣ ਦੀ ਨਿਆਈ ਮੰਗ ਨੂੰ ਥਾਂਏ ਛੱਡ ਕੇ ਅਕਾਲੀ ਦਲ ਕੋਲੋਂ ਆਪਣੇ ਹੱਕੀ ਸੰਘਰਸ਼ ਨੂੰ ਥਾਂਏ ਬੰਦ ਕਰ ਦੇਣ ਦੀ ਨਿਹੱਕੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਅਕਾਲੀ ਲੀਡਰਸ਼ਿਪ ਨੂੰ ਵਿਰੋਧੀ ਦਲਾਂ ਦੀ ਇਸ ਮੰਗ ਅੰਦਰ ਹੱਕ ਦਲੀਲ ਵਾਲੀ ਕੋਈ ਗੱਲ ਨਜ਼ਰ ਨਾ ਆਈ ਅਤੇ ਉਹਨਾਂ ਵਿਰੋਧੀ ਦਲਾਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਜਾਣੂ ਕਰਾਉਣ ਲਈ ਫੌਰੀ ਇੱਕ ਹੋਰ ਮੀਟਿੰਗ ਬੁਲਾਏ ਜਾਣ ਦੀ ਲੋੜ ਮਹਿਸੂਸ ਕੀਤੀ। ਪਰੰਤੂ ਵਿਰੋਧੀ ਦਲਾਂ ਨੇ ਦੇਸ਼ ਅੰਦਰ ਬਣੇ ਹੋਏ ਸਿੱਖ ਵਿਰੋਧੀ ਰੋਹ ਨੂੰ ਦੇਖਦਿਆਂ ਅਕਾਲੀ ਆਗੂਆਂ ਨੂੰ ਇਸ ਇੱਛਾ ਉੱਤੇ ਫੁੱਲ ਚੜ੍ਹਾਉਣ ਦੀ ਕੋਈ ਲੋੜ ਨਾ ਸਮਝੀ। ਖੱਬੇ ਪੱਖ ਦੀ ਉਲਟਬਾਜ਼ੀ। ਵਿਰੋਧੀ ਦਲਾਂ ਵਿੱਚੋਂ ਖੱਬੇ ਪੱਖੀ ਪਾਰਟੀਆਂ ਅਕਾਲੀ ਦਲ ਦੀਆਂ ਕੁਝ ਕੁ ਮੰਗਾਂ ਜੋ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਸੈਕੂਲਰ ਤੇ ਜਮਹੂਰੀ ਕਹੀਆਂ ਜਾ ਸਕਦੀਆਂ ਸਨ, ਦੀ ਸਭ ਨਾਲੋਂ ਵੱਧ ਖੁੱਲ੍ਹ ਕੇ ਤੇ ਅਡੋਲਤਾ ਨਾਲ ਹਮਾਇਤ ਕਰਦੀਆਂ ਆ ਰਹੀਆਂ ਸਨ। ਭਾਰਤ ਅੰਦਰ ਸੱਤਾ ਦੇ ਕੇਂਦਰੀਕਰਨ ਦੇ ਰੁਝਾਨ ਨੂੰ ਨਿੰਦਣ ਤੇ ਇਸ ਦਾ ਜ਼ੋਰਦਾਰ ਰੂਪ ਵਿੱਚ ਵਿਰੋਧ ਕਰਨ ਵਾਲੀਆਂ ਰਾਜਸੀ ਧਿਰਾਂ ਵਿੱਚ ਕਮਿਊਨਿਸਟ ਪਾਰਟੀਆਂ ਸਭ ਤੋਂ ਮੋਹਰੀ ਸਨ। ਪਰੰਤੂ ਇੰਦਰਾ ਸਰਕਾਰ ਨੇ ਜਿਉਂ ਹੀ ਸਿੱਖ ਸੰਘਰਸ਼ ਨੂੰ ਕੌਮਾਂਤਰੀ ਸਾਜ਼ਿਸ਼ ਦਾ ਅੰਗ ਦਰਸਾਉਣ ਦੀ ਕਪਟ ਭਰੀ ਦਲੀਲ ਉੱਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਤਾਂ ਖੱਬੇ ਪੱਖੀ ਦਲਾਂ ਦਾ ਅਕਾਲੀ ਮੰਗਾਂ ਪ੍ਰਤੀ ਜਾਗਿਆ ਜਮਹੂਰੀ ਤੇ ਸੈਕੂਲਰ ਜੋਸ਼ ਇੱਕਦਮ ਠੰਡਾ ਪੈ ਤੁਰਿਆ। ਕਾਰਨ ਇਹ ਕਿ ਕੌਮਾਂਤਰੀ ਸਾਜ਼ਿਸ਼ ਦੀ ਇਹ ਘਾੜਤ ਸੋਵੀਅਤ ਯੂਨੀਅਨ ਦੀ ਵਿਦੇਸ਼ ਨੀਤੀ ਦਾ ਖੁੱਲ੍ਹ ਕੇ ਪੱਖ ਪੂਰਦੀ ਸੀ ਅਤੇ ਖੱਬੇ ਪੱਖੀ ਤਾਕਤਾਂ ਲਈ CPI ਤੇ CPM ਲਈ ਤਾਂ ਖਾਸ ਕਰਕੇ ਹੀ ਸੋਵੀਅਤ ਯੂਨੀਅਨ ਦੀ ਵਿਦੇਸ਼ ਨੀਤੀ ਦੀ ਸੇਵਾ ਨਾਲੋਂ ਵੱਧ ਕੇ ਪੁੰਨ ਦਾ ਕੰਮ ਹੋਰ ਕੋਈ ਨਹੀਂ ਸੀ ਹੋ ਸਕਦਾ। ਆਪਣੇ ਜਨਮ ਵੇਲੇ ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਅਡੰਬਰ ਦਾ ਖਾਤਮਾ ਹੋ ਜਾਣ ਤੱਕ ਦਾ ਉਹਨਾਂ ਦਾ ਸਮੁੱਚਾ ਜੀਵਨ ਇਤਿਹਾਸ ਇਸ ਤੱਥ ਦੀ ਭਰਵੀਂ ਪੁਸ਼ਟੀ ਕਰਦਾ ਹੈ। ਇਸ ਸਾਰੇ ਅਰਸੇ ਦੌਰਾਨ ਕੋਈ ਇੱਕ ਵੀ ਅਜਿਹਾ ਮੌਕਾ ਨਹੀਂ ਆਇਆ ਜਦੋਂ ਇਹਨਾਂ ਪਾਰਟੀਆਂ ਨੇ ਆਪਣਾ ਕੋਈ ਨੀਤੀ ਪੈਂਤੜਾ ਤੈਅ ਕਰਨ ਲੱਗਿਆਂ ਸੋਵੀਅਤ ਯੂਨੀਅਨ ਦੀ ਵਿਦੇਸ਼ ਨੀਤੀ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕੀਤਾ ਹੋਵੇ। ਆਪਣਾ ਇਹ ਕੌਮਾਂਤਰੀਵਾਦੀ ਧਰਮ ਨਿਭਾਉਂਦਿਆਂ ਉਹਨਾਂ ਨੂੰ ਕਈ ਵਾਰ ਬਹੁਤ ਹੀ ਨਾਗਵਾਰ ਹਾਲਤਾਂ ਦਾ ਵੀ ਸਾਹਮਣਾ ਕਰਨਾ ਪਿਆ। ਉਹਨਾਂ ਨੂੰ ਕੌਮੀ ਗਦਾਰੀ ਦੇ ਚੁਭਵੇਂ ਇਲਜ਼ਾਮ ਤੱਕ ਝੱਲਣੇ ਪਏ, ਪਰ ਉਹਨਾਂ ਆਪਣਾ ਸਿੱਧਕ ਨਹੀਂ ਹਾਰਿਆ। ਸਿੱਖ ਸੰਘਰਸ਼ ਦੇ ਮਾਮਲੇ ਵਿੱਚ ਉਹਨਾਂ ਨੂੰ ਆਪਣੀ ਇਹ ਪਾਲਾਂ ਬਦਲੀ ਹੋਰ ਵੀ ਵੱਧ ਰਾਸ ਆਉਂਦੀ ਸੀ। ਇਸ ਨਾਲ ਉਹਨਾਂ ਦੇ ਇੱਕ ਪੰਥ ਨਾਲ 2 ਕਾਜ ਪੂਰੇ ਹੁੰਦੇ ਸਨ।
ਉਹ ਇੱਕੋ ਮੌਕੇ ਆਪਣਾ ਕੌਮਾਂਤਰੀ ਸੇਵਾ ਧਰਮ ਵੀ ਨਿਭਾ ਸਕਦੇ ਸਨ ਅਤੇ ਦੇਸ਼ ਅੰਦਰ ਤਿੱਖੀ ਫਿਰਕੂਪਾਲਾਬੰਦੀ ਦੇ ਸਨਮੁਖ ਆਪਣੇ ਜਨਤਕ ਆਧਾਰ ਨੂੰ ਖੋਰਾ ਲੱਗ ਜਾਣ ਦੇ ਸੰਸ਼ੇ ਤੋਂ ਵੀ ਉਸ ਵੇਲੇ ਵੀ ਜਦੋਂ ਖੱਬੇ ਪੱਖੀ ਧਿਰਾਂ ਸਿੱਖ ਸੰਘਰਸ਼ ਪ੍ਰਤੀ ਹਮਾਇਤ ਤੇ ਹਮਦਰਦੀ ਦਾ ਰੁਖ ਅਪਣਾ ਕੇ ਚੱਲ ਰਹੀਆਂ ਸਨ ਅਤੇ ਇਸ ਮਸਲੇ ਨੂੰ ਲੈ ਕੇ ਇੰਦਰਾ ਗਾਂਧੀ ਦੀ ਤਿੱਖੀ ਨੁਕਤਾਚੀਨੀ ਕਰ ਰਹੀਆਂ ਸਨ। ਉਹਨਾਂ ਦੀ ਸਫ਼ਾ ਦੇ ਅੰਦਰ ਇੰਦਰਾ ਗਾਂਧੀ ਪ੍ਰਤੀ ਜਾਂ ਇਹ ਕਹਿ ਲਵੋ ਕਿ ਆਮ ਰੂਪ ਵਿੱਚ ਹਿੰਦੂ ਭਾਵਨਾਵਾਂ ਪ੍ਰਤੀ ਨਰਮ ਗੋਸਾ ਰੱਖਣ ਵਾਲੇ ਤੱਤਾਂ ਦੀ ਕਮੀ ਨਹੀਂ ਸੀ। ਇਹ ਗੱਲ ਪੱਕੀ ਤਰ੍ਹਾਂ ਸਾਬਤ ਹੋ ਚੁੱਕੀ ਹੈ ਕਿ ਜੂਨ 1983 ਵਿੱਚ CPI ਦੇ ਇੱਕ ਸੀਨੀਅਰ ਆਗੂ ਯੋਗਿੰਦਰ ਸ਼ਰਮਾ ਨੇ ਆਪਣੀ ਮਾਸਕੋ ਫੇਰੀ ਮੌਕੇ ਸੋਵੀਅਤ ਯੂਨੀਅਨ ਦੇ ਤਤਕਾਲੀ ਰਾਸ਼ਟਰਪਤੀ ਯੂਰੀ ਆਂਦਰੋਪੋਵ ਨੂੰ ਇੰਦਰਾ ਗਾਂਧੀ ਦੀ ਤਰਫੋਂ ਇੱਕ ਖਾਸੋ ਖਾਸ ਚਿੱਠੀ ਦਿੱਤੀ ਸੀ, ਜਿਸ ਵਿੱਚ ਇੰਦਰਾ ਗਾਂਧੀ ਨੇ ਸੋਵੀਅਤ ਆਗੂਆਂ ਨੂੰ ਇਹ ਪੁਰਜ਼ੋਰ ਅਪੀਲ ਕੀਤੀ ਸੀ ਕਿ ਉਹ ਭਾਰਤ ਦੀਆਂ ਖੱਬੀਆਂ ਤਾਕਤਾਂ ਨੂੰ ਇਹ ਮਤ ਸੁਝਾਉਣ ਕਿ ਉਹ ਉਸ ਦੇ ਵਿਰੋਧ ਦਾ ਪੈਂਤਰਾ ਛੱਡ ਕੇ ਸੱਜ ਪਿੱਛਾਂ ਖੜੀ ਤਾਕਤਾਂ ਵਿਰੁੱਧ ਸੰਘਰਸ਼ ਵਿੱਚ ਉਸ ਦਾ ਸਾਥ ਦੇਣ ਦੀ ਸੇਧ ਅਪਣਾਉਣ। ਬੇਸ਼ੱਕ CPI ਦੀ ਨੈਸ਼ਨਲ ਕੌਂਸਲ ਨੇ ਇਸ ਘਟਨਾ ਦੇ ਕੁਝ ਕੁ ਮਹੀਨਿਆਂ ਬਾਅਦ ਯੋਗਿੰਦਰ ਸ਼ਰਮਾ ਨੂੰ ਇੰਦਰਾ ਗਾਂਧੀ ਦੀ ਨੰਗੀ ਚਿੱਠੀ ਹਮਾਇਤ ਕਰਨ ਦੀ ਗੁਸਤਾਖੀ ਬਦਲੇ ਪਾਰਟੀ 'ਚੋਂ ਖਾਰਜ ਕਰ ਦੇਣ ਦਾ ਐਲਾਨ ਕਰ ਦਿੱਤਾ ਸੀ, ਪਰੰਤੂ ਇੰਦਰਾ ਗਾਂਧੀ ਦੁਆਰਾ ਆਂਦਰੋਪੋਵ ਨੂੰ ਕੀਤੀ ਗਈ ਅਪੀਲ ਦੇ ਅੰਦਰੋਂ ਅੰਦਰੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। CPI ਦੀ ਨੈਸ਼ਨਲ ਕੌਂਸਲ ਦੀ ਉਪਰੋਕਤ ਮੀਟਿੰਗ ਵਿੱਚ ਘੱਟੋ ਘੱਟ 5 ਮੈਂਬਰਾਂ ਨੇ ਯੋਗਿੰਦਰ ਸ਼ਰਮਾ ਦੇ ਵਿਚਾਰਾਂ ਦੀ ਖੁੱਲ੍ਹ ਕੇ ਪ੍ਰੋੜਤਾ ਕੀਤੀ। ਸੋ ਭਾਵੇਂ ਜ਼ਾਹਰਾ ਰੂਪ ਵਿੱਚ CPI ਤੇ CPM ਪੰਜਾਬ ਮਸਲੇ ਦੇ ਸੰਦਰਭ ਵਿੱਚ ਇੰਦਰਾ ਗਾਂਧੀ ਵੱਲੋਂ ਅਪਣਾਈ ਪਹੁੰਚ ਦੀ ਲਗਾਤਾਰ ਪੜਚੋਲ ਕਰਦੀਆਂ ਰਹੀਆਂ, ਪਰੰਤੂ ਸੋਵੀਅਤ ਆਗੂਆਂ ਵੱਲੋਂ ਉਹਨਾਂ ਉੱਤੇ ਆਪਣੇ ਇਸ ਨੀਤੀ ਪੈਂਤੜੇ ਅੰਦਰ ਤਬਦੀਲੀ ਲਿਆਉਣ ਲਈ ਤਿੱਖਾ ਦਬਾਅ ਬਣਿਆ ਰਿਹਾ। ਸੋਵੀਅਤ ਯੂਨੀਅਨ ਵੱਲੋਂ ਇੰਦਰਾ ਗਾਂਧੀ ਦਾ ਵੱਧ ਕੇ ਪੱਖਪੂਰਨਾ ਕੋਈ ਰਹੱਸਮਈ ਗੱਲ ਨਹੀਂ ਸੀ। ਉਸ ਵੇਲੇ ਸੰਸਾਰ ਦੀਆਂ ਦੋ ਮਹਾਸ਼ਕਤੀਆਂ ਵਿਚਕਾਰ ਚੱਲ ਰਹੇ ਸ਼ਰੀਕਾ ਭੇਡ ਦੇ ਸੰਦਰਭ ਵਿੱਚ ਭਾਰਤ ਦੀ ਦੋਸਤੀ ਸੋਵੀਅਤ ਯੂਨੀਅਨ ਲਈ ਭਾਰੀ ਯੁੱਧਨੀਤਿਕ ਅਹਿਮੀਅਤ ਰੱਖਦੀ ਸੀ। ਇਸ ਖਿੱਤੇ ਅੰਦਰ ਅਮਰੀਕਾ ਦੇ ਪ੍ਰਭਾਵ ਨੂੰ ਢੱਕਣ ਲਈ ਸੋਵੀਅਤ ਯੂਨੀਅਨ ਨੂੰ ਭਾਰਤ ਦੇ ਸਾਥ ਦੀ ਭਾਰੀ ਜ਼ਰੂਰਤ ਸੀ। 1955 ਵਿੱਚ ਬਾਰਡੂੰਗ ਵਿਖੇ ਗੁੱਟ ਨਿਰਲੇਪ ਲਹਿਰ ਦੀ ਸਥਾਪਨਾ ਦੇ ਨਾਲ ਹੀ ਸੋਵੀਅਤ ਯੂਨੀਅਨ ਨੇ ਭਾਰਤ ਨਾਲ ਆਪਣੀ ਯੁੱਧਨੀਤਿਕ ਨੇੜਤਾ ਗੰਢਣ ਦਾ ਸਿਲਸਿਲਾ ਆਰੰਭ ਦਿੱਤਾ ਸੀ। ਉਸੇ ਵੇਲੇ ਜਵਾਹਰ ਲਾਲ ਨਹਿਰੂ ਵੱਲੋਂ ਰਾਜਸੀ ਧੂਮ ਧੜੱਕੇ ਨਾਲ ਸੋਵੀਅਤ ਯੂਨੀਅਨ ਦਾ ਦੌਰਾ ਕਰਨਾ ਅਤੇ ਛੇਤੀ ਹੀ ਬਾਅਦ ਸੋਵੀਅਤ ਯੂਨੀਅਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਿਕੀਤਾ ਖਰੂਸ਼ਚੇਵ ਵੱਲੋਂ ਭਾਰਤ ਸਰਕਾਰ ਦੀ ਨਿੱਘੀ ਮਹਿਮਾਨ ਨਿਵਾਜੀ ਦਾ ਆਨੰਦ ਮਾਣਨਾ ਸੋਵੀਅਤ ਭਾਰਤ ਮਿੱਤਰਤਾ ਦੀਆਂ ਗੰਢਾਂ ਮਜ਼ਬੂਤ ਕੀਤੇ ਜਾਣ ਦੀਆਂ ਗੂੜ੍ਹ ਨਿਸ਼ਾਨੀਆਂ ਸਨ। ਅਮਰੀਕਾ ਨੇ ਰੂਸ ਦੇ ਇਸ ਵੱਧ ਰਹੇ ਪ੍ਰਭਾਵ ਨੂੰ ਢੱਕਣ ਲਈ ਇਸ ਖਿੱਤੇ ਅੰਦਰ ਪਾਕਿਸਤਾਨ ਨੂੰ ਆਪਣੀ ਫੌਜ ਚੌਕੀ ਵਜੋਂ ਸਿੰਗਾਰਨ ਦੀ ਯੁੱਧਨੀਤਿਕ ਦਿਸ਼ਾ ਅਪਣਾ ਲਈ ਸੀ। ਅਮਰੀਕਾ ਨੇ ਰੂਸ ਦੇ ਇਸ ਵੱਧ ਰਹੇ ਪ੍ਰਭਾਵ ਨੂੰ ਢੱਕਣ ਲਈ ਇਸ ਖਿੱਤੇ ਅੰਦਰ ਪਾਕਿਸਤਾਨ ਨੂੰ ਆਪਣੀ ਫੌਜੀ ਚੌਕੀ ਵਜੋਂ ਸਿੰਗਾਰਨ ਦੀ ਯੁੱਧਨੀਤਿਕ ਦਿਸ਼ਾ ਅਪਣਾ ਲਈ ਸੀ। ਸਟਾਲਿਨ ਦੀ ਮੌਤ ਤੋਂ ਬਾਅਦ ਰੂਸ ਅਤੇ ਚੀਨ ਵਿਚਕਾਰ ਪੈਦਾ ਹੋਈ ਸਿਧਾਂਤਕ ਅਣਬਣ ਨੇ ਜਦ ਦੋ ਤਾਕਤਵਰ ਕਮਿਊਨਿਸਟਾਂ ਰਾਜਾਂ ਦਰਮਿਆਨ ਕੱਟੜਤਾ ਤਾਕਤਵਰ ਕਮਿਊਨਿਸਟ ਰਾਜਾਂ ਦਰਮਿਆਨ ਕੱਟੜ ਦੁਸ਼ਮਣੀ ਦਾ ਰੂਪ ਧਾਰਨ ਕਰ ਲਿਆ ਤਾਂ ਦੁਸ਼ਮਣ ਦਾ ਦੁਸ਼ਮਣ ਸਾਂਝਾ ਦੋਸਤ ਦਾ ਫਾਰਮੂਲਾ ਸੋਵੀਅਤ ਭਾਰਤ ਮਿੱਤਰਤਾ ਲਈ ਬੇਹੱਦ ਗੁਣਕਾਰੀ ਸਾਬਤ ਹੋਇਆ, ਜਿਸ ਅਨੁਪਾਤ ਵਿੱਚ ਸੋਵੀਅਤ ਭਾਰਤ ਮਿੱਤਰਤਾ ਪੱਕੀ ਹੁੰਦੀ ਗਈ। ਅਮਰੀਕਾ ਤੇ ਚੀਨ ਵੱਲੋਂ ਪਾਕਿਸਤਾਨ ਨੂੰ ਸੈਨਿਕ ਪੱਖ ਤੋਂ ਮਜ਼ਬੂਤ ਕਰਨ ਦਾ ਅਮਲ ਉਸੇ ਅਨੁਪਾਤ ਵਿੱਚ ਅੱਗੇ ਵੱਧਦਾ ਗਿਆ। 1992 ਵਿੱਚ ਸੋਵੀਅਤ ਯੂਨੀਅਨ ਦੇ ਖਿੰਡ-ਪੁੰਡ ਜਾਣ ਤੱਕ ਇਹ ਤੱਥ ਇਸ ਖਿੱਤੇ ਅੰਦਰਲੇ ਰਾਜਸੀ ਘਟਨਾਕ੍ਰਮ ਉੱਤੇ ਆਪਣਾ ਗੂੜ੍ਹਾ ਪਰਛਾਵਾਂ ਪਾਉਂਦਾ ਰਿਹਾ। ਸੋਵੀਅਤ ਯੂਨੀਅਨ ਦੀ ਸ਼੍ਰੋਮਣੀ ਖੁਫੀਆ ਏਜੰਸੀ KGB ਦੇ ਇੱਕ ਸਾਬਕਾ ਅਧਿਕਾਰੀ ਵੈਸਲੀ ਨਿਕੀਤਿਚ ਮਿਤਰੋਖਿਨ, ਜੋ 90ਵਿਆਂ ਵਿੱਚ ਰੂਸ ਤੋਂ ਭੱਜ ਕੇ ਲੰਡਨ ਚਲਾ ਗਿਆ ਸੀ, ਵੱਲੋਂ ਨਸ਼ਰ ਕੀਤੇ ਗਏ ਦਸਤਾਵੇਜ਼ਾਂ ਨਾਲ ਇਹ ਗੱਲ ਜੱਗ ਜ਼ਾਹਰ ਹੋ ਗਈ ਕਿ ਅਮਰੀਕਾ ਦੀ ਖੁਫੀਆ ਏਜੰਸੀ CIA ਦੀ ਤਰ੍ਹਾਂ ਹੀ KGB ਵੱਲੋਂ ਵੀ ਸੋਵੀਅਤ ਯੂਨੀਅਨ ਦੇ ਯੁੱਧਨੀਤਿਕ ਹਿੱਤਾਂ ਦੀ ਪੂਰਤੀ ਲਈ
ਭਾਰਤ ਸਰਕਾਰ ਵਿਆਪਕ ਪੈਮਾਨੇ 'ਤੇ ਦਖਲਅੰਦਾਜ਼ੀ ਕੀਤੀ ਗਈ। KGB ਵੱਲੋਂ ਭਾਰਤ ਅੰਦਰ ਅਮਰੀਕਾ ਤੇ ਪਾਕਿਸਤਾਨ ਦੇ ਖਿਲਾਫ ਤੁਅੱਸਬੀ ਰੋਹ ਪੈਦਾ ਕਰਨ ਦੇ ਗਿਣੇ ਮਿੱਥੇ ਯਤਨ ਕੀਤੇ ਜਾਂਦੇ ਰਹੇ। ਇਸ ਮਨੋਰਥ ਦੀ ਪੂਰਤੀ ਲਈ CIA ਅਤੇ ISI ਦੀਆਂ ਭਾਰਤ ਅੰਦਰ ਸਰਗਰਮੀਆਂ ਬਾਰੇ ਨਾ ਸਿਰਫ ਤੱਥਾਂ ਨੂੰ ਬੇਹੱਦ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਰਿਹਾ, ਸਗੋਂ ਬਹੁਤੀ ਵਾਰੀ ਉੱਕਾ ਹੀ ਮਨ ਘੜਤ ਕਿਸੇ ਘੜ ਕੇ ਵਿਆਪਕ ਪੱਧਰ 'ਤੇ ਧੁਮਾਏ ਜਾਂਦੇ ਰਹੇ। ਇਸ ਮਤਲਬ ਲਈ ਮੀਡੀਏ ਦੇ ਕੁਝ ਖਾਸ ਵਰਗਾਂ ਨੂੰ ਖੁੱਲ੍ਹੇ ਹੱਥੀਂ ਪੈਸਾ ਵਰਤਾਇਆ ਗਿਆ। ਮਿੱਤਰੋ, ਖਿਣ ਦੇ ਖਰੜਿਆਂ ਵਿੱਚੋਂ ਇਸ ਸੰਬੰਧੀ ਢੇਰ ਸਾਰੇ ਠੋਸ ਤੱਥ ਤੇ ਵੇਰਵੇ ਮਿਲਦੇ ਹਨ। ਦੇਸ਼ ਅੰਦਰ ਵਿਦੇਸ਼ੀ ਤਾਕਤਾਂ ਦੀਆਂ ਸਾਜ਼ਿਸ਼ਾਂ ਦਾ ਹਊਆ ਖੜ੍ਹਾ ਕਰਨ ਅਤੇ ਕਾਂਗਰਸ ਪਾਰਟੀ ਅੰਦਰ ਸੋਵੀਅਤ ਪੱਖੀ ਲਾਂਭੀ ਨੂੰ ਮਜ਼ਬੂਤ ਕਰਨ ਲਈ ਵਿਚਾਰਧਾਰਾ ਨਾਲ ਭ੍ਰਿਸ਼ਟ ਕੀਤੇ ਜਾ ਵੱਡਿਆਂ ਦੇ ਕੇ ਖਰੀਦੇ ਪੱਤਰਕਾਰਾਂ ਕਲਮ ਨਵੀਸਾਂ ਕੋਲੋਂ ਭਾਰੀ ਗਿਣਤੀ ਵਿੱਚ ਲੇਖ ਲਿਖਵਾ ਕੇ ਵੱਡੇ ਪੱਧਰ 'ਤੇ ਛਾਪੇ ਜਾਂਦੇ ਰਹੇ। KGB ਦੀਆਂ ਉਕਤ ਫਾਈਲਾਂ ਮੁਤਾਬਕ ਭਾਰਤ ਅੰਦਰ ਇੱਕ ਸਬੂਤੀ ਖਬਰ ਏਜੰਸੀ ਸਮੇਤ ਘੱਟੋ ਘੱਟ 10 ਅਖਬਾਰ ਅਤੇ ਦਰਜਨਾਂ ਦੀ ਗਿਣਤੀ ਵਿੱਚ ਪੱਤਰਕਾਰ ਇਸ ਬਦਕਾਰ ਧੰਦੇ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਸਨ। ਰਵਾਇਤੀ ਕਮਿਊਨਿਸਟ ਪਾਰਟੀਆਂ ਤੇ ਉਹਨਾਂ ਨਾਲ ਜੁੜੀਆਂ ਹੋਰ ਅਨੇਕਾਂ ਸੰਸਥਾਵਾਂ ਦੁਆਰਾ ਦੇਸ਼ ਭਰ ਅੰਦਰ ਵਹਾਈ ਗਈ ਪ੍ਰਚਾਰ ਦੀ ਗੰਗਾ ਇਸ ਤੋਂ ਵੱਖਰੀ ਹੈ। KGB ਵੱਲੋਂ ਰਚੀ ਗਈ ਇਸ ਲੀਲਾ ਦਾ ਅਸਰ ਇਹ ਹੋਇਆ ਕਿ ਖੱਬੀ ਭਾਅ ਮਾਰਦਾ ਬੰਬਈ ਤੋਂ ਛਪਣ ਵਾਲਾ ਇੱਕ ਸਪਤਾਹਕ ਪਰਚਾ ਬਲਿਟਜ਼ ਪਹਿਲਾਂ ਜਿੰਨੀ ਤਿੱਖੀ ਸੁਰ ਵਿੱਚ ਇੰਦਰਾ ਦੀ ਬਦਖੋਈ ਕਰਦਾ ਸੀ, ਇੱਕਦਮ ਤਿੱਖਾ ਮੋੜਾ ਕੱਟਣ ਤੋਂ ਬਾਅਦ ਉਸ ਨੇ ਉਨੀ ਹੀ ਉੱਚੀ ਸੁਰ ਵਿੱਚ ਇੰਦਰਾ ਦਾ ਉਤਸ਼ਾਹਗਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਖੱਬੇ ਪੱਖੀ ਬੁੱਧੀਜੀਵੀਆਂ, ਕਾਰਕੁਨਾਂ ਅਤੇ ਪੱਤਰਕਾਰਾਂ ਕਲਮ ਨਵੀਸਾਂ ਨੇ ਕਥਿਤ ਵਿਦੇਸ਼ੀ ਤਾਕਤਾਂ ਵੱਲੋਂ ਭਾਰਤ ਅੰਦਰਲੀਆਂ ਪਿੱਛਾ ਖੜੀ ਤਾਕਤਾਂ ਨਾਲ ਮਿਲ ਕੇ ਦੇਸ਼ ਅੰਦਰ ਵੱਡੀ ਉਥਲ-ਪੁਥਲ ਮਚਾਉਣ ਦੀਆਂ ਸਾਮਰਾਜੀ ਸਾਜ਼ਿਸ਼ਾਂ ਬਾਰੇ ਰੌਲੇ ਦੀ ਸੁਰ ਹੋਰ ਉੱਚੀ ਚੁੱਕ ਦਿੱਤੀ ਸੀ। ਆਪਣਾ ਜਾਣਿਆ ਪਛਾਣਿਆ ਤਰੀਕਾਕਾਰ ਅਪਣਾਉਂਦਿਆਂ ਉਹਨਾਂ ਇਸ ਮਕਸਦ ਲਈ ਰਾਸ਼ਟਰੀ ਏਕਤਾ ਅੰਦੋਲਨ ਦਾ ਨਾਂ ਇੱਕ ਨਵਾਂ ਫੇ-ਕੁੱਟਣਾ ਪਲੇਟਫਾਰਮ ਸਿਰਜ ਕੇ ਦੇਸ਼ ਦੇ ਲੋਕਾਂ ਨੂੰ ਕਥਿਤ ਕੌਮਾਂਤਰੀ ਸਾਜ਼ਿਸ਼ ਦੇ ਖਤਰੇ ਤੋਂ ਜਾਗਰੂਕ ਕਰਨ ਤੇ ਇਸ ਵਿਰੁੱਧ ਵਿਆਪਕ ਜਨਤਕ ਰਾਏ ਉਭਾਰਨ ਦਾ ਦੋਸ਼ ਭਗਤ ਕਾਰਜ ਦੇਸ਼ ਭਗਤ ਕਾਰਜ ਪੂਰੀ ਤਨਦੇਹੀ ਨਾਲ ਨਿਭਾਉਣਾ ਆਰੰਭ ਕਰ ਦਿੱਤਾ ਸੀ। ਇਸ ਅੰਦੋਲਨ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਗਈ। ਅੰਦੋਲਨ ਦੀ ਪਲੇਠੀ ਕਾਨਫਰੰਸ 7 ਨਵੰਬਰ 1983 ਨੂੰ ਪਟਿਆਲਾ ਵਿਖੇ ਪੂਰੀ ਧੂਮਧਾਮ ਨਾਲ ਹੋਈ, ਜਿਸ ਨੂੰ ਅੰਦੋਲਨ ਦੀ ਪ੍ਰਧਾਨ ਸ਼੍ਰੀਮਤੀ ਅਰੁਣਾ ਆਸਫ ਅਲੀ ਅਤੇ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਰਘੂਨੰਦਨ ਲਾਲ ਭਾਟੀਆ ਨੇ ਇਕੱਠਿਆਂ ਸੰਬੋਧਨ ਕੀਤਾ। ਕਾਨਫਰੰਸ ਵਿੱਚ ਬੁਲਾਰਿਆਂ ਵੱਲੋਂ ਸਾਮਰਾਜੀ ਤਾਕਤਾਂ ਦੀਆਂ ਭਾਰਤ ਨੂੰ ਖੈਰੂ ਕਰਨ ਦੀਆਂ ਸਾਜ਼ਿਸ਼ਾਂ ਦੇ ਮਨ ਘੜਤ ਕਿੱਸੇ ਸੁਣਾ ਕੇ ਲੋਕਾਂ ਨੂੰ ਇੰਦਰਾ ਗਾਂਧੀ ਦੀ ਡਟਵੀਂ ਹਮਾਇਤ ਕਰਨ ਲਈ ਪ੍ਰੇਰਿਆ ਗਿਆ। ਇੰਦਰਾ ਗਾਂਧੀ ਵੱਲੋਂ ਆਦਰੋਂ ਨੂੰ ਕੀਤੀ ਗਈ ਅਪੀਲ ਦਾ ਸਭ ਤੋਂ ਤਿੱਖਾ ਤੇ ਤੇਜ਼ ਅਸਰ CPI ਉੱਤੇ ਹੋਇਆ, ਭਾਵੇਂ ਕਿ CPI ਦੀ ਨੈਸ਼ਨਲ ਕੌਂਸਲ ਦੀ ਸਤੰਬਰ ਦੇ ਮਹੀਨੇ ਹੋਈ ਮੀਟਿੰਗ ਦੁਆਰਾ ਪਾਸ ਕੀਤੇ ਗਏ ਮਤੇ ਵਿੱਚ ਇੰਦਰਾ ਗਾਂਧੀ ਦੀ ਬਹੁਤ ਹੀ ਤਿੱਖੀ ਨੁਕਤਾਚੀਨੀ ਕੀਤੀ ਗਈ ਸੀ। ਪਰ ਇਸ ਮਤੇ ਦੇ ਪ੍ਰਕਾਸ਼ਿਤ ਹੁੰਦਿਆਂ ਹੀ ਇਹ ਭੇਦ ਖੁੱਲ੍ਹੇਆਮ ਪ੍ਰਗਟ ਕਰ ਦਿੱਤੇ ਸੀ ਕਿ ਸੋਵੀਅਤ ਯੂਨੀਅਨ ਵੱਲੋਂ CPI ਉੱਤੇ ਇੰਦਰਾ ਗਾਂਧੀ ਪ੍ਰਤੀ ਹਾਂ ਪੱਖੀ ਰਵੱਈਆ ਅਪਣਾਉਣ ਲਈ ਜ਼ੋਰਦਾਰ ਦਬਾਅ ਪਾਇਆ ਜਾ ਰਿਹਾ ਸੀ। ਰੂਸੀ ਦੁੱਖ ਚੁੰਘਣੀ ਉੱਤੇ ਪਲੀ ਪਾਰਟੀ ਇਸ ਦਬਾਅ ਮੂਹਰੇ ਭਲਾ ਕਿੰਨਾ ਕੁ ਚਿਰ ਅੜੀ ਰਹਿ ਸਕਦੀ ਸੀ। ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਵੱਲੋਂ 6 ਦਸੰਬਰ ਨੂੰ ਚੰਡੀਗੜ੍ਹ ਵਿਖੇ ਸੂਬਾ ਕਾਰਜਕਾਰਨੀ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਪ੍ਰੈਸ ਬਿਆਨ ਨੇ ਪ੍ਰਤੱਖ ਸੰਕੇਤ ਦੇ ਦਿੱਤਾ ਸੀ ਕਿ CPI ਦੇ ਆਗੂਆਂ ਨੇ ਆਪਣਾ ਸਤੰਬਰ ਵਾਲੇ ਮਤੇ ਦੇ ਰੂਪ ਵਿੱਚ ਥੁੱਕਿਆ ਹੋਇਆ ਚੱਟਣ ਦਾ ਪੂਰਾ ਮਨ ਬਣਾ ਲਿਆ ਹੋਇਆ ਹੈ ਤੇ ਇਸ ਪਾਰਟੀ ਦੇ ਆਗੂਆਂ ਵੱਲੋਂ ਇੰਦਰਾ ਗਾਂਧੀ ਦੇ ਫਿਰਕੂ ਫਾਸੀਵਾਦ ਪੈਤੜੇ ਦੇ ਨਿਰਲੱਜ ਢੰਡੋਂ ਰਚੀ ਹੋ ਨਿਬੜਨ ਦੀਆਂ ਮਸ਼ਕਾਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ।
ਕਿਉਂਕਿ ਕਾਮਰੇਡ ਮਲਹੋਤਰਾ ਨੇ ਹੁਣ ਜਦ ਸਾਰੇ ਹਾਲਾਤਾਂ ਨੂੰ ਨਵੇਂ ਚਸ਼ਮਿਆਂ ਰਾਹੀਂ ਦੇਖਣਾ ਸ਼ੁਰੂ ਕਰ ਦਿੱਤਾ ਸੀ ਤਾਂ ਉਸ ਨੂੰ ਇੰਦਰਾ ਗਾਂਧੀ ਦੁਆਰਾ ਆਪਣੇ ਸੌੜੇ ਰਾਜਸੀ ਫਾਇਦਿਆਂ ਲਈ ਦੇਸ਼ ਅੰਦਰ ਲਾਈ ਜਾ ਰਹੀ ਫਿਰਕੂਪੁਣੇ ਦੀ ਅੱਗ ਦਿਖਾਈ ਦੇਣੋਂ ਹਟ ਗਈ ਅਤੇ ਇਸ ਦੀ ਜਗ੍ਹਾ ਪਾਕਿਸਤਾਨ ਦੀ ਸੈਨਿਕ ਤਾਨਾਸ਼ਾਹੀ ਦੁਆਰਾ ਅਮਰੀਕਾ ਦੀ ਸ਼ਹਿ ਤੇ ਵੱਖਵਾਦੀ ਤਾਕਤ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਹਥਿਆਰਬੰਦ ਕਰਨ ਅਤੇ ਇਸ ਨਾਜ਼ੁਕ ਸਰਹੱਦੀ ਸੂਬੇ ਅੰਦਰ ਬਦਅਮਨੀ ਫੈਲਾਉਣ ਦੀਆਂ ਖਤਰਨਾਕ ਸਾਜ਼ਿਸ਼ਾਂ ਦੀ ਡਰਾਉਣੀ ਤਸਵੀਰ ਨਜ਼ਰ ਆਉਣ ਲੱਗ ਪਈ ਸੀ। ਅਵਤਾਰ ਸਿੰਘ ਮਲਹੋਤਰਾ ਵੱਲੋਂ ਸਿੱਖ ਸੰਘਰਸ਼ ਨੂੰ ਬਦਅਮਨੀ ਦਾ ਖੁਨਾਹ ਦੇਣਾ ਪੰਜਾਬ ਸਮੱਸਿਆ ਦੇ ਰਾਜਸੀ ਖਾਸੇ ਜੋ ਕਿ ਉਸ ਦੀ ਪਾਰਟੀ ਦੀ ਪਹਿਲਾਂ ਵਾਲੀ ਸਮਝ ਸੀ ਜੋ ਮੁਨਕਰ ਹੋਣਾ ਅਤੇ ਇਸ ਤਰ੍ਹਾਂ ਇਸ ਨੂੰ ਅਮਨ ਕਾਨੂੰਨ ਦਾ ਮਸਲਾ ਕਰਾਰ ਦੇਣ ਵਾਲੇ ਸਰਕਾਰੀ ਦ੍ਰਿਸ਼ਟੀਕੋਣ ਦੀ ਪ੍ਰੋੜਤਾ ਕਰਨਾ ਸੀ। ਕਿਹਾ ਜਾਂਦਾ ਹੈ ਕਿ CPI ਦੇ ਤਤਕਾਲੀ ਜਨਰਲ ਸਕੱਤਰ ਕਾਮਰੇਡ ਸ੍ਰੀ ਰਾਜੇਸ਼ਵਰ ਰਾਓ ਲਈ ਪਹਿਲ ਸੋਵੀਅਤ ਯੂਨੀਅਨ ਦੁਆਰਾ ਥੋਪੀ ਜਾ ਰਹੀ ਇਸ ਨੀਤੀ ਨੂੰ ਸੰਗੋਂ ਉਤਾਰਨ ਵਿੱਚ ਕਾਫੀ ਸਿਧਾਂਤਕ ਤੇ ਮਨੋਵਿਗਿਆਨਿਕ ਔਕੜਾਂ ਪੇਸ਼ ਆਈਆਂ ਸਨ, ਪਰੰਤੂ ਲਗਭਗ ਅੱਧੀ ਸਦੀ ਤੋਂ ਮਾਸਕੋ ਤੋਂ ਸਿੱਖਿਆ ਉਪਦੇਸ਼ ਲੈਣ ਦੇ ਆਦੀ ਹੋ ਚੁੱਕੇ ਭਾਰਤ ਕਮਿਊਨਿਸਟਾਂ ਦੀ ਆਮ ਕਰਕੇ ਹੀ ਅਤੇ CPI ਮਾਰਕਾ ਕਾਮਰੇਡਾਂ ਦੀ ਤਾਂ ਖਾਸ ਕਰਕੇ ਹੀ ਆਜ਼ਾਦਾਨਾ ਤੌਰ 'ਤੇ ਸੋਚ ਸਕਣ ਅਤੇ ਕਿਸੇ ਵੀ ਮਸਲੇ ਬਾਰੇ ਸੋਵੀਅਤ ਆਗੂਆਂ ਦੀਆਂ ਸਿਧਾਂਤਕ ਪੋਜੀਸ਼ਨਾਂ ਨੂੰ ਚੁਣੌਤੀ ਦੇ ਸਕਣ ਦੀ ਸਮਰੱਥਾ ਨਕਾਰਾ ਹੋ ਕੇ ਰਹਿ ਗਈ ਹੋਈ ਹੈ। ਇਸ ਕਰਕੇ ਕਾਮਰੇਡ ਸ੍ਰੀ ਰਾਜੇਸ਼ਵਰ ਰਾਓ ਨੇ ਥੋੜ੍ਹੀ ਜਿਹੀ ਹਿਚਕਚਾਹਟ ਤੋਂ ਬਾਅਦ ਅਖੀਰ ਨੂੰ ਸੋਵੀਅਤ ਯੂਨੀਅਨ ਦੁਆਰਾ ਸੁਝਾਈ ਨੀਤੀ ਨੂੰ ਸਤਵਚਨ ਕਹਿ ਕੇ ਪ੍ਰਵਾਨ ਕਰ ਲਿਆ। 14 ਜਨਵਰੀ ਨੂੰ UNI ਦੁਆਰਾ ਮਾਸਕੋ ਤੋਂ ਜਾਰੀ ਕੀਤੀ ਗਈ ਖਬਰ ਵਿੱਚ ਇਹ ਖੁਲਾਸਾ ਕੀਤਾ ਗਿਆ ਕਿ ਰਾਜੇਸ਼ਵਰ ਰਾਓ ਨੇ ਦਿੱਲੀ ਵਿਖੇ ਸੋਵੀਅਤ ਯੂਨੀਅਨ ਦੇ ਸਰਕਾਰੀ ਅਖਬਾਰ ਪ੍ਰਵਾਦਾ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਇਹ ਗੱਲ ਸਪਸ਼ਟ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤੀ ਸੀ ਕਿ ਭਾਰਤ ਅੰਦਰ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਦੀਆਂ ਸਾਮਰਾਜੀ ਨੀਤੀਆਂ ਅਤੇ ਉਹਨਾਂ ਦੀਆਂ ਭਾਈਵਾਲੀ ਅੰਦਰੂਨੀ ਤਾਕਤਾਂ ਹੱਥੋਂ ਦੇਸ਼ ਦੀ ਏਕਤਾ ਤੇ ਸੁਰੱਖਿਆ ਨੂੰ ਦਰਪੇਸ਼ ਗੰਭੀਰ ਚੁਣੌਤੀ ਦੇ ਸਨਮੁਖ ਕਾਂਗਰਸ ਪਾਰਟੀ ਸਮੇਤ ਭਾਰਤ ਦੀਆਂ ਸਭਨਾਂ ਦੇਸ਼ ਭਗਤ ਤਾਕਤਾਂ ਦੇ ਇਕਜੁੱਟ ਹੋ ਜਾਣ ਦੀ ਭਾਰੀ ਲੋੜ ਪੈਦਾ ਹੋ ਗਈ ਸੀ। ਮਾਰਚ ਦੇ ਆਰੰਭ ਵਿੱਚ ਸੋਵੀਅਤ ਯੂਨੀਅਨ ਦੇ ਰੱਖਿਆ ਮੰਤਰੀ ਮਾਰਸ਼ਲ ਉਸਤੀਨੋਵ ਨੇ ਦਿੱਲੀ ਵਿਖੇ ਸ਼੍ਰੀਮਤੀ ਇੰਦਰਾ ਗਾਂਧੀ ਨਾਲ ਸਾਰੇ ਸਹਾਇਕਾਂ ਨੂੰ ਬਾਹਰ ਰੱਖ ਕੇ ਬਿਲਕੁਲ ਇਕੱਲਿਆਂ ਗੱਲਬਾਤ ਕੀਤੀ ਸੀ। ਭਾਵੇਂ ਕਿ ਇਸ ਮੀਟਿੰਗ ਦਾ ਸਮਾਂ 40 ਮਿੰਟ ਮਿਥਿਆ ਗਿਆ ਸੀ, ਪਰ ਇਹ ਮੀਟਿੰਗ ਪੌਣੇ 2 ਘੰਟੇ ਚੱਲੀ। ਇੰਨਾ ਲੰਮਾ ਚਿਰ ਚੱਲੀ ਬੰਦ ਕਮਰਾ ਗੱਲਬਾਤ ਦੇ ਵਿਸ਼ਾ ਵਸਤੂ ਤੇ ਨਤੀਜਿਆਂ ਬਾਰੇ ਅਨੁਮਾਨ ਲਾਉਣਾ ਔਖਾ ਨਹੀਂ। ਬਿਨਾਂ ਸ਼ੱਕ ਇਸ ਗੱਲਬਾਤ ਅੰਦਰ ਸਿੱਖ ਸੰਘਰਸ਼ ਦੇ ਮੁੱਦੇ ਤੇ ਦੋਵਾਂ ਆਗੂਆਂ ਵਿਚਕਾਰ ਅਹਿਮ ਵਿਚਾਰ ਵਟਾਂਦਰਾ ਹੋਇਆ। ਇਸ ਦੀ ਪੁਸ਼ਟੀ ਬਾਅਦ ਵਿੱਚ ਵਫਦ ਦੇ ਸੂਤਰਾਂ ਦੇ ਹਵਾਲੇ ਨਾਲ ਜਾਰੀ ਹੋਈ ਇੱਕ ਰਿਪੋਰਟ ਤੋਂ ਹੁੰਦੀ ਹੈ। ਸੋਵੀਅਤ ਵਫਦ ਦੇ ਦੌਰੇ ਦੀ ਸਮਾਪਤੀ ਤੇ ਦੋਨਾਂ ਧਿਰਾਂ ਵੱਲੋਂ ਜਾਰੀ ਕੀਤੇ ਗਏ ਸਾਂਝੇ ਐਲਾਨ ਵਿੱਚ ਗੱਲਬਾਤ ਦੌਰਾਨ ਵਿਸ਼ਵ ਅਤੇ ਖੇਤਰੀ ਸੁਰੱਖਿਆ ਦੇ ਮਾਹੌਲ ਬਾਰੇ ਦੋਨਾਂ ਧਿਰਾਂ ਵਿਚਕਾਰ ਹਾਸਲ ਹੋਈ ਸਾਂਝੀ ਸਮਝ ਅਤੇ ਪਹੁੰਚ ਦਾ ਉਚੇਚਾ ਜ਼ਿਕਰ ਕੀਤਾ ਗਿਆ ਸੀ। ਸਾਂਝੇ ਐਲਾਨ ਦੀ ਇਸ ਸ਼ਬਦਾਵਲੀ ਦੇ ਅਰਥ ਸਮਝਣੇ ਔਖੇ ਨਹੀਂ। ਰੂਸੀ ਵਫਦ ਦੁਆਰਾ ਭਾਰਤੀ ਸੁਰੱਖਿਆ ਬਲਾਂ ਲਈ ਅਤੀ ਨਵੀਨ ਸਾਜ਼ੋ ਸਮਾਨ ਮੁਹੱਈਆ ਕਰਨ ਸੰਬੰਧੀ ਦਿੱਤੀ ਗਈ ਯਕੀਨ ਦਹਾਨੀ ਸਪਸ਼ਟ ਕਰਦੀ ਸੀ ਕਿ ਸੋਵੀਅਤ ਯੂਨੀਅਨ ਪੰਜਾਬ ਅੰਦਰ ਸਿੱਖ ਸੰਘਰਸ਼ ਨੂੰ ਕੁਚਲਣ ਲਈ ਭਾਰਤ ਸਰਕਾਰ ਦੁਆਰਾ ਸੋਚੇ ਜਾ ਰਹੇ ਕਿਸੇ ਵੀ ਐਕਸ਼ਨ ਦੀ ਹਰ ਪੱਖ ਤੋਂ ਰਾਜਨੀਤਿਕ ਤੇ ਸੈਨਿਕ ਮਦਦ ਕਰਨ ਲਈ ਨਾ ਸਿਰਫ ਵਚਨਬੱਧ ਸੀ ਸਗੋਂ ਬੇਹੱਦ ਤੋਂ ਵੀ ਸੀ। ਇਸ ਤਰ੍ਹਾਂ ਇੱਕ ਤਾਂ ਦੇਸ਼ ਅੰਦਰ ਸਭਨਾਂ ਰਾਜਸੀ ਦਲਾਂ ਤੇ ਧਿਰਾਂ ਨੂੰ ਆਪਣੇ ਫਿਰਕੂ ਫਾਸੀਵਾਦੀ ਪੈਂਤੜੇ ਦੇ ਪੱਖ ਵਿੱਚ ਲਾਮਬੰਦ ਕਰ ਲੈਣ ਅਤੇ ਦੂਜਾ ਕੌਮਾਂਤਰੀ ਪੱਧਰ 'ਤੇ ਸੋਵੀਅਤ ਯੂਨੀਅਨ ਵੱਲੋਂ ਦ੍ਰਿੜ ਹਮਾਇਤ ਦਾ ਪੱਕਾ ਭਰੋਸਾ ਮਿਲ ਜਾਣ ਨਾਲ ਇੰਦਰਾ ਗਾਂਧੀ ਲਈ ਆਪਣੇ ਨਾਪਾਕ ਇਰਾਦਿਆਂ ਨੂੰ ਅਮਲ ਵਿੱਚ ਸਾਕਾਰ ਕਰਨ ਦਾ ਕਾਰਜ ਸਹਿਲ ਹੋ ਗਿਆ ਸੀ। ਇਸ ਨਾਲ ਉਸ ਅੰਦਰ ਵਧੇਰੇ ਆਤਮ ਵਿਸ਼ਵਾਸ ਪੈਦਾ ਹੋ ਗਿਆ ਸੀ। ਹੁਣ ਉਸ ਨੂੰ ਸਿੱਖ ਕੌਮ ਅੰਦਰ ਪੈਦਾ ਹੋਣ ਵਾਲੇ ਕਿਸੇ ਰੋਸ ਜਾਂ ਪ੍ਰਤੀਕਰਮ ਦੀ ਪਰਵਾਹ ਨਹੀਂ ਸੀ ਰਹੀ। ਸੋਵੀਅਤ ਵਫਦ ਦੇ ਦਿੱਲੀ ਤੋਂ ਮਾਸਕੋ ਲਈ ਰਵਾਨਾ ਹੁੰਦਿਆਂ ਹੀ ਉਸ ਨੇ ਕਸ਼ਮੀਰ ਦੇ ਮੁਸਲਮਾਨਾਂ ਤੇ ਪੰਜਾਬ ਦੇ ਸਿੱਖਾਂ ਨੂੰ ਇੱਕ ਤਰ੍ਹਾਂ ਦੀ ਚੇਤਾਵਨੀ ਦੇ ਦਿੱਤੀ ਸੀ
ਕਿ ਸਰਹੱਦੀ ਰਾਜ ਹੋਣ ਦੇ ਨਾਤੇ ਇਹਨਾਂ ਰਾਜਾਂ ਅੰਦਰਲੀ ਕੋਈ ਵੀ ਗੜਬੜ ਦੇਸ਼ ਲਈ ਵੱਡੇ ਖਤਰੇ ਖੜ੍ਹੇ ਕਰ ਸਕਦੀ ਹੈ। ਬਰਤਾਨਵੀ ਬਸਤੀਵਾਦੀ ਹਾਕਮਾਂ ਨੇ 1849 ਵਿੱਚ ਪੰਜਾਬ ਉੱਤੇ ਕਬਜ਼ਾ ਜਮਾਉਣ ਵੇਲੇ ਠੀਕ ਇਸੇ ਦਲੀਲ ਦੀ ਓਟ ਲਈ ਸੀ। ਡਾਕਟਰ ਫੌਜਾ ਸਿੰਘ ਨੇ ਆਪਣੇ ਇੱਕ ਅਹਿਮ ਲੇਖ ਵਿੱਚ ਬਰਤਾਨਵੀ ਹਕੂਮਤ ਦੀਆਂ ਪੰਜਾਬ ਉੱਤੇ ਹਮਲਾ ਕਰਕੇ ਇਸ ਨੂੰ ਆਪਣੇ ਕਬਜ਼ੇ ਹੇਠ ਲੈ ਲੈਣ ਦੀਆਂ ਬਹੁਤ ਪਹਿਲਾਂ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਤਿਆਰੀਆਂ ਬਾਰੇ ਅਤੇ ਇਹਨਾਂ ਤਿਆਰੀਆਂ ਉੱਤੇ ਪਰਦਾਪੋਸ਼ੀ ਕਰਨ ਦੇ ਕਪਟ ਭਰੇ ਯਤਨਾਂ ਬਾਰੇ ਭਰਪੂਰ ਰੋਸ਼ਨੀ ਪਾਈ ਹੈ। ਉਸ ਵੇਲੇ ਬਰਤਾਨਵੀ ਹਾਕਮਾਂ ਨੇ ਅਫਗਾਨਿਸਤਾਨ ਵੱਲੋਂ ਖਤਰੇ ਦਾ ਹਊਆ ਖੜ੍ਹਾ ਕਰਕੇ ਪੰਜਾਬ ਉੱਤੇ ਹਮਲਾ ਕਰਨ ਦੀ ਆਪਣੀ ਪੂਰਵ ਉਲੀਕੀ ਯੋਜਨਾ ਨੂੰ ਅਮਲ ਦਾ ਜਾਮਾ ਪਹਿਨਾਉਣ ਦੀ ਕਪਟ ਭਰੀ ਚਾਲ ਚੱਲੀ। ਇੰਦਰਾ ਗਾਂਧੀ ਵਾਂਗ ਹੀ ਭਾਰਤ ਦੇ ਤਤਕਾਲੀਨ ਗਵਰਨਰ ਜਨਰਲ ਹੈਨਰੀ ਹਾਰਡਿੰਗ ਦਾ ਵੀ ਇਹੀ ਕਹਿਣਾ ਸੀ ਕਿ ਪੰਜਾਬ ਵਰਗੇ ਨਾਜ਼ੁਕ ਸਰਹੱਦੀ ਸੂਬੇ ਅੰਦਰ ਕੋਈ ਵੀ ਅਜਿਹੀ ਹਕੂਮਤ ਜੋ ਬਰਤਾਨਵੀ ਸਾਮਰਾਜ ਦੇ ਹਿੱਤ ਦੀ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ ਨਹੀਂ ਸੀ ਕਰ ਸਕਦੀ, ਬਰਤਾਨਵੀ ਹਿੱਤਾਂ ਲਈ ਪੁੱਜ ਕੇ ਨੁਕਸਾਨਦੇਹ ਸੀ ਅਤੇ ਇਸ ਖਤਰਨਾਕ ਸਥਿਤੀ ਨੂੰ ਬਦਲਣ ਲਈ ਪੰਜਾਬ ਨੂੰ ਬਰਤਾਨਵੀ ਰਾਜ ਦਾ ਅੰਗ ਬਣਾਇਆ ਜਾਣਾ ਅਤਿ ਜ਼ਰੂਰੀ ਹੋ ਗਿਆ ਸੀ। ਡਾਕਟਰ ਫੌਜਾ ਸਿੰਘ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵੱਲੋਂ ਖਤਰੇ ਦੀ ਗੱਲ ਤਾਂ ਮਹਿਜ ਇੱਕ ਬਹਾਨਾ ਹੀ ਸੀ। ਸੱਚਾਈ ਤਾਂ ਇਹ ਸੀ ਕਿ ਬਰਤਾਨਵੀ ਹਾਕਮਾਂ ਲਈ ਸਿੱਖ ਕੌਮ ਦੀ ਆਜ਼ਾਦੀ ਸਹਿਣ ਕਰਨੀ ਮੁਸ਼ਕਿਲ ਹੋ ਗਈ ਸੀ। ਉਸ ਦੇ ਸਾਮਰਾਜੀ ਹਿੱਤ ਇਸ ਆਜ਼ਾਦੀ ਨੂੰ ਕੁਚਲਣ ਦੀ ਮੰਗ ਕਰਦੇ ਸਨ। ਸਰਹੱਦੋਂ ਪਾਰ ਖਤਰੇ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨਾ ਅਤੇ ਸਿੱਖਾਂ ਦੀ ਅਫਗਾਨੀਆਂ ਨਾਲ ਵੱਧ ਰਹੀ ਨੇੜਤਾ ਬਾਰੇ ਉੱਕਾ ਹੀ ਝੂਠੀਆਂ ਤੇ ਮਨਘੜਤ ਕਹਾਣੀਆਂ ਘੜਨੀਆਂ ਉਹਨਾਂ ਦੀ ਯੁੱਧ ਨੀਤਿਕ ਚਾਲ ਦਾ ਹਿੱਸਾ ਸਨ। ਇਤਫਾਕ ਨਾਲ ਡਾਕਟਰ ਫੌਜਾ ਸਿੰਘ ਨੇ ਸਿੱਖ ਕੌਮ ਦੀ ਉਸ ਵੇਲੇ ਦੀ ਅੰਦਰੂਨੀ ਦਸ਼ਾ ਦਾ ਜੋ ਚਿੱਤਰ ਪੇਸ਼ ਕੀਤਾ ਉਹ 1984 ਦੀ ਹਾਲਤ ਨੂੰ ਸਮਝਣ ਵਿੱਚ ਬੇਹੱਦ ਸਹਾਈ ਹੁੰਦਾ ਹੈ। ਡਾਕਟਰ ਫੌਜਾ ਸਿੰਘ ਮੁਤਾਬਕ ਉਸ ਵੇਲੇ ਸਿੱਖਾਂ ਦੇ ਸਾਰੇ ਵਰਗ ਦੁਸ਼ਮਣ ਦੇ ਇਰਾਦਿਆਂ ਬਾਰੇ ਚੇਤਨ ਤੇ ਜਾਗਰੂਕ ਨਹੀਂ ਸਨ। ਸਿੱਖ ਨੈਸ਼ਨਲਿਜ਼ਮ ਦਾ ਜਜ਼ਬਾ ਸਾਰੇ ਵਰਗਾਂ ਅੰਦਰ ਇੱਕ ਸਮਾਨ ਨਹੀਂ ਸੀ। ਦੁਸ਼ਮਣ ਨੇ ਸਿੱਖ ਕੌਮ ਅੰਦਰ ਚੋਖਾ ਸੰਨ ਲਾ ਰੱਖਿਆ ਸੀ। ਸੱਚੇ ਪੰਥਕ ਜੁਝਾਰੂ ਅਤੇ ਗੈਰਤਮੰਦ ਵਰਗਾਂ ਅੰਦਰ ਦੁਸ਼ਮਣ ਦੇ ਖਿਲਾਫ ਲੜਨ ਦਾ ਪੂਰਾ ਇਰਾਦਾ ਤੇ ਸਪਰਿਟ ਸੀ, ਪਰੰਤੂ ਸਿੱਖ ਕੌਮ ਅੰਦਰ ਇੱਟ ਚੁੱਕਿਆ ਗੱਦਾਰ ਤੇ ਗੈਰਤਹੀਨ ਲੋਕ ਮਿਲ ਜਾਂਦੇ ਸਨ। ਸਾਮਰਾਜੀ ਰਾਜ ਪ੍ਰਬੰਧਾਂ ਦੀਆਂ ਬੁਨਿਆਦੀ ਲੋੜਾਂ, ਹਿੱਤ ਤੇ ਤੌਰ ਤਰੀਕੇ ਇੱਕੋ ਜਿਹੇ ਹੀ ਹੋਇਆ ਕਰਦੇ ਹਨ। ਹਾਲਤਾਂ ਦੇ ਪ੍ਰਸੰਗ ਦਾ ਹੀ ਫਰਕ ਹੁੰਦਾ ਹੈ। ਬਰਤਾਨਵੀ ਸਾਮਰਾਜੀ ਰਾਜਸੀ ਢਾਂਚੇ ਦੀ ਤਰ੍ਹਾਂ ਹੀ ਭਾਰਤ ਦੇ ਹਿੰਦੂ ਸਾਮਰਾਜੀ ਰਾਜ ਪ੍ਰਬੰਧ ਦੇ ਹਿੱਤ ਵੀ ਪੰਜਾਬ ਉੱਤੇ ਪੂਰਾ ਕਸਬਾ ਗਲਬਾ ਸਥਾਪਿਤ ਕਰਨ ਦੀ ਮੰਗ ਕਰਦੇ ਸਨ। ਅੰਗਰੇਜ਼ਾਂ ਵਾਂਗ ਹੀ ਉਹ ਵੀ ਪੰਜਾਬ ਵਰਗੇ ਨਾਜ਼ੁਕ ਸਰਹੱਦੀ ਸੂਬੇ ਅੰਦਰ ਸਿੱਖਾਂ ਵਰਗੀ ਆਜ਼ਾਦੀ ਪਸੰਦ ਕੌਮ ਅੰਦਰ ਆਜ਼ਾਦੀ ਦਾ ਵਿਚਾਰ ਤੇ ਜਜ਼ਬਾ ਪ੍ਰਫੁੱਲਿਤ ਹੁੰਦਾ ਦੇਖ ਜਰ ਨਹੀਂ ਸਨ ਸਕਦੇ। 1973 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨੰਦਪੁਰ ਸਾਹਿਬ ਦੇ ਮਤੇ ਉੱਤੇ ਪ੍ਰਵਾਨਗੀ ਦੀ ਮੋਹਰ ਲਾਏ ਜਾਣ ਦੇ ਵੇਲੇ ਤੋਂ ਹੀ ਹਿੰਦੂ ਹਾਕਮਾਂ ਨੇ ਕੰਨ ਖੜ੍ਹੇ ਕਰ ਲਏ ਹੋਏ ਸਨ। ਉਦੋਂ ਤੋਂ ਹੀ ਉਹਨਾਂ ਇਸ ਖਤਰਨਾਕ ਰੁਝਾਨ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਅਤੇ ਇਸ ਨੂੰ ਕਾਬੂ ਵਿੱਚ ਕਰਨ ਲਈ ਲੋੜੀਂਦੇ ਉਪਾਵਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਸਿੱਖ ਰਾਜਨੀਤੀ ਉੱਤੇ ਨਿਰੰਤਰ ਕਰੜੀ ਨਿਗਾਹ ਰੱਖਣੀ, ਸਿੱਖ ਕੌਮ ਅੰਦਰ ਆਪਣਾ ਵਫਾਦਾਰ ਵਰਗ ਪੈਦਾ ਕਰਨਾ, ਇਸ ਦਾ ਉਚੇਚਾ ਪਾਲਣ ਪੋਸ਼ਣ ਕਰਨਾ, ਸਿੱਖਾਂ ਦੀ ਤਾਕਤ ਨੂੰ ਕਮਜ਼ੋਰ ਕਰਨ ਦੇ ਇਰਾਦੇ ਨਾਲ ਪੰਥ ਅੰਦਰਲੇ ਵਖਰੇਵਿਆਂ ਤੇ ਵਿਰੋਧਾਂ ਨੂੰ ਹਵਾ ਦੇਣੀ, ਪਾਕਿਸਤਾਨ ਦੇ ਖਿਲਾਫ ਲਗਾਤਾਰ ਨਫ਼ਰਤ ਤੇ ਦੁਸ਼ਮਣੀ ਦੀਆਂ ਭਾਵਨਾਵਾਂ ਬਣਾਈ ਰੱਖਣੀਆਂ, ਸਿੱਖ ਕੌਮ ਅੰਦਰ ਖਰੀ ਪੰਥਕ ਚੇਤਨਾ ਦੇ ਵਿਕਾਸ ਨੂੰ ਚਾਰੇ ਪਾਸਿਓਂ ਬੰਨ੍ਹ ਮਾਰਨ ਦੇ ਯਤਨ ਕਰਨੇ ਅਤੇ ਇਸ ਉੱਤੇ ਭਾਰਤੀ ਰਾਸ਼ਟਰਵਾਦ ਦੀ ਅਮਰ ਵੇਲ ਦਾ ਸਾਹ ਸੁਤਵਾਂ ਜਾਲ ਕੱਸ ਕੇ ਰੱਖਣਾ ਆਦਿ ਸਭ ਉਪਾਅ ਇਸੇ ਮੰਤਵ ਵੱਲ ਸੇਧਿਤ ਸਨ। 80ਵਿਆਂ 'ਚ ਜਾ ਕੇ ਜਦੋਂ ਭਾਰਤੀ ਰਾਜ ਦੀਆਂ ਵਜੂਦ ਸਮੂਹੀਆਂ ਕਮਜ਼ੋਰੀਆਂ ਤੇ ਵਿਰੋਧਤਾਈਆਂ ਵੱਧ ਉਖੜ ਕੇ ਪ੍ਰਗਟ ਹੋਣ ਲੱਗੀਆਂ ਅਤੇ ਪੰਜਾਬ ਤੇ ਕਸ਼ਮੀਰ ਅੰਦਰ ਆਜ਼ਾਦੀ ਦੀਆਂ ਭਾਵਨਾਵਾਂ ਜ਼ੋਰ ਫੜਦੀਆਂ ਪ੍ਰਤੀਤ ਹੋਣ ਲੱਗੀਆਂ ਤਾਂ ਭਾਰਤੀ ਹਾਕਮ ਵਰਗ ਅੰਦਰ ਭਾਰਤੀ ਰਾਜ ਦੀ ਸੁਰੱਖਿਆ ਤੇ ਮਜ਼ਬੂਤੀ ਲਈ ਵਧੇਰੇ ਕਾਰਗਰ ਤੇ ਸਖਤ ਕਦਮ ਉਠਾਉਣ ਦੀ ਲੋੜ ਦਾ ਤਿੱਖਾ
ਅਹਿਸਾਸ ਪੈਦਾ ਹੋਇਆ। ਸੋ ਜਿਵੇਂ ਕਿ ਜ਼ਿਕਰ ਹੋ ਚੁੱਕਾ ਹੈ, 1980 ਤੋਂ ਹੀ ਇੰਦਰਾ ਗਾਂਧੀ ਦੀ ਅਗਵਾਈ ਹੇਠ ਭਾਰਤੀ ਰਾਜ ਦਾ ਨਵਾਂ ਏਜੰਡਾ ਤੈਅ ਹੋ ਚੁੱਕਾ ਸੀ। 4 ਸਾਲ ਤੋਂ ਇਸੇ ਦਿਸ਼ਾ ਵਿੱਚ ਜ਼ਾਹਰਾਂ ਤੇ ਢੁਕਵੀਆਂ ਤਿਆਗੀਆਂ ਹੁੰਦੀਆਂ ਆ ਰਹੀਆਂ ਸਨ। ਇਸ ਮਾਮਲੇ ਤੇ ਦੇਸ਼ ਅੰਦਰ ਆਮ ਸਹਿਮਤੀ ਹਾਸਲ ਕਰਨੀ ਇਸ ਏਜੰਡੇ ਦਾ ਕੇਂਦਰੀ ਅੰਸ਼ ਸੀ। ਸੋ ਖੱਬੇ ਪੱਖੀ ਤਾਕਤਾਂ ਦੀ ਉਲਟਬਾਜ਼ੀ ਨਾਲ ਜਿਉਂ ਹੀ ਏਜੰਡੇ ਦਾ ਇਹ ਕੇਂਦਰੀ ਕਾਰਜ ਪੂਰਾ ਹੋ ਗਿਆ ਤਾਂ ਇਸ ਦੇ ਅੰਤਿਮ ਭਾਗ ਨੂੰ ਲਾਗੂ ਕਰਨ ਵੱਲ ਤੇਜ਼ੀ ਨਾਲ ਅੱਗੇ ਵਧਿਆ ਗਿਆ। ਬਾਕੀ ਰਹਿੰਦੇ ਵਿਚਾਰ ਸੰਗਤ ਦੇ ਨਾਲ ਫਿਰ ਸਾਂਝੇ ਕਰਾਂਗੇ। ਭੁੱਲ ਚੁੱਕ ਮਾਫ਼ ਕਰਨੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।